ਆਗੂ ਬਿਕਰਮ ਮਜੀਠੀਆ ਦੇ ਵੱਲੋਂ ਸਨਸਨੀਖੇਜ਼ ਦਾਅਵਾ ਕੀਤਾ ਗਿਆ ਹੈ। ਮਜੀਠੀਆ ਦੇ ਵੱਲੋਂ ਕਿਹਾ ਗਿਆ ਕਿ ਨਾਇਬ ਤਹਿਸੀਲਦਾਰਾਂ ਦੀਆਂ ਭਰਤੀਆਂ ਦੇ ਵਿੱਚ ਘੁਟਾਲਾ ਹੋਇਆ ਹੈ। ਵੱਡਾ ਇਲਜ਼ਾਮ ਲਗਾਇਆ ਗਿਆ ਹੈ, ਵੱਡਾ ਖੁਲਾਸਾ ਕੀਤਾ ਗਿਆ। ਸਾਰੇ ਟੌਪਰ ਮੋਨਕ ਤੇ ਪਾਤੜਾਂ ਤੋਂ ਨੇ। ਮਜੀਠੀਆ ਦੇ ਵੱਲੋਂ ਵੀ ਕਿਹਾ ਗਿਆ ਕਿ ਜਿਨ੍ਹਾਂ ਨੇ ਵੀ ਟੌਪ ਕੀਤਾ ਹੈ ਉਹ ਸਾਰੇ ਟੌਪਰ ਮੋਨਕ ਤੇ ਪਾਤੜਾਂ ਤੋਂ ਨੇ। ਮੋਨਕ ਸੀਐਮ ਭਗਵੰਤ ਮਾਨ ਦਾ ਇਲਾਕਾ ਹੈ। ਮਜੀਠੀਆ ਦਾ ਕਹਿਣਾ ਹੈ ਕਿ ਮੋਨਕ ਸੀਐਮ ਭਗਵੰਤ ਮਾਨ ਦਾ ਇਲਾਕਾ ਹੈ। ਕਲਰਕ ਦੇ ਪੇਪਰ ਦੇ ਵਿੱਚ ਫੇਲ ਹੋਏ ਪੀਪੀਐਸਸੀ ਦੇ ਵਿੱਚੋਂ ਟੌਪਰ ਬਣ ਗਏ। ਇਹ ਵੀ ਇਲਜ਼ਾਮ ਲਗਾਇਆ ਗਿਆ ਕਿ ਜਿਹੜੇ ਕਲਰਕ ਦੇ ਪੇਪਰ ਦੇ ਵਿੱਚ ਫੇਲ ਹੋਏ ਸਨ ਉਹ ਪੀਪੀਐਸਸੀ ਦੇ ਵਿੱਚੋਂ ਟੌਪ ਕਰ ਗਏ। ਪੀਪੀਐਸਸੀ ਦੇ ਪੇਪਰ ਦੇ ਵਿੱਚ ਬਲੂਟੁੱਥ ਚੱਲਿਆ। ਮਜੀਠੀਆ ਦਾ ਕਹਿਣਾ ਹੈ ਕਿ ਪੀਪੀਐਸਸੀ ਦੇ ਪੇਪਰ ਦੇ ਵਿੱਚ ਬਲੂਟੁੱਥ ਚੱਲਿਆ ਹੈ। ਵੱਡਾ ਇਲਜ਼ਾਮ ਹੈ, ਇਹ ਵੱਡਾ ਦਾਅਵਾ ਕਰ ਰਹੇ ਨੇ ਬਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਪੀਪੀਐਸਸੀ ਦੇ ਪੇਪਰ ਦੇ ਵਿੱਚ ਬਲੂਟੁੱਥ ਚੱਲਿਆ ਤੇ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਗਏ ਨੇ ਕਿ ਨਾਇਬ ਤਹਿਸੀਲਦਾਰਾਂ ਦੀਆਂ ਭਰਤੀਆਂ ਦੇ ਵਿੱਚ ਘੁਟਾਲਾ ਹੋਇਆ ਹੈ। ਸਾਰੇ ਟੌਪਰ ਮੋਨਕ ਤੇ ਪਾਤੜਾਂ ਤੋਂ ਨੇ। ਮਜੀਠੀਆ ਦਾ ਕਹਿਣਾ ਹੈ ਕਿ ਸਾਰੇ ਟੌਪਰ ਮੋਨਕ ਤੇ ਪਾਤੜਾਂ ਤੋਂ ਨੇ। ਨਾਲ ਹੀ ਹਵਾਲਾ ਦੇ ਰਹੇ ਨੇ ਇਸ ਦੇ ਪਿੱਛੇ ਕਿ ਜਿਹੜੇ ਸੀਐਮ ਮਾਨ ਨੇ ਉਹਨਾਂ ਦਾ ਇਲਾਕਾ ਹੈ ਮੋਨਕ, ਇਸੇ ਕਰਕੇ ਸਾਰੇ ਟੌਪਰ ਮੋਨਕ ਤੇ ਪਾਤੜਾਂ ਤੋਂ ਨੇ। ਵੱਡਾ ਦਾਅਵਾ ਬਿਕਰਮ ਮਜੀਠੀਆ ਦਾ, ਵੱਡਾ ਸਨਸਨੀਖੇਜ਼ ਖੁਲਾਸਾ, ਵੱਡੇ ਇਲਜ਼ਾਮ ਬਿਕਰਮ ਮਜੀਠੀਆ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਲਗਾਏ ਨੇ। ਕਲਰਕ ਦੇ ਪੇਪਰ ਦੇ ਵਿੱਚ ਫੇਲ ਹੋਏ ਪੀਪੀਐਸਸੀ ਦੇ ਵਿੱਚੋਂ ਟੌਪ ਕਰ ਗਏ, ਟੌਪਰ ਬਣ ਗਏ। ਇਹ ਵੀ ਦਾਅਵਾ ਕੀਤਾ ਗਿਆ ਬਿਕਰਮ ਮਜੀਠੀਆ ਦੇ ਵੱਲੋਂ। ਇਲਜ਼ਾਮ ਲਗਾਏ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਪੀਪੀਐਸਸੀ ਦੇ ਪੇਪਰ ਦੇ ਵਿੱਚ ਬਲੂਟੁੱਥ ਚੱਲਿਆ ਹੈ। ਜਿਹੜੇ ਵੀ ਨੌਜਵਾਨ ਨੇ ਜਿਨ੍ਹਾਂ ਦੇ ਵੱਲੋਂ ਵੀ ਪੇਪਰ ਦਿੱਤਾ ਗਿਆ, ਜਿਹੜੇ ਪੀੜਤ ਨੌਜਵਾਨ ਕਹਿ ਸਕਦੇ ਆ, ਉਹਨਾਂ ਦੇ ਨਾਲ ਹੀ ਉਹਨਾਂ ਦੇ ਬਿਕਰਮ ਮਜੀਠੀਆ ਦੇ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਪ੍ਰੈਸ ਕਾਨਫਰੰਸ ਕਰਕੇ ਇਹ ਵੱਡੇ ਇਲਜ਼ਾਮ ਲਗਾ ਦਿੱਤੇ ਗਏ। ਨਾਇਬ ਤਹਿਸੀਲਦਾਰਾਂ ਦੀਆਂ ਭਰਤੀਆਂ ਦੇ ਵਿੱਚ ਘੁਟਾਲਾ ਹੋਇਆ ਹੈ। ਸੋ ਵੱਡਾ ਦਾਅਵਾ ਹੈ, ਵੱਡਾ ਇਲਜ਼ਾਮ ਹੈ ਬਿਕਰਮ ਮਜੀਠੀਆ ਦਾ। ਪ੍ਰੈਸ ਕਾਨਫਰੰਸ ਕਰਕੇ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਨੇ ਕਿ ਨਾਇਬ ਤਹਿਸੀਲਦਾਰਾਂ ਦੀਆਂ ਭਰਤੀਆਂ ਦੇ ਵਿੱਚ ਘੁਟਾਲਾ ਹੋਇਆ। ਆਪਣੇ ਆਪ ਦੇ ਵਿੱਚ ਸਨਸਨੀਖੇਜ਼ ਇਹ ਦਾਅਵਾ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਾਰੇ ਟੌਪਰ ਮੋਨਕ ਤੇ ਪਾਤੜਾਂ ਤੋਂ ਨੇ। ਮਜੀਠੀਆ ਦਾ ਕਹਿਣਾ ਹੈ ਕਿ ਨਾਇਬ ਤਹਿਸੀਲਦਾਰ ਦੇ ਪੇਪਰ ਦੇ ਵਿੱਚ ਜਿਹੜੇ ਵੀ ਟੌਪਰ ਨੇ ਉਹ ਮੋਨਕ ਤੇ ਪਾਤੜਾਂ ਤੋਂ ਨੇ। ਇਸ ਦੇ ਪਿੱਛੇ ਹਵਾਲਾ ਦੇ ਰਹੇ ਨੇ ਕਿ ਸੀਐਮ ਮਾਨ ਦਾ ਇਲਾਕਾ ਹੈ ਮੋਨਕ। ਜਿਹੜੀ ਭਰਤੀ ਹੋਈ ਹੈ ਨਾਇਬ ਤਹਿਸੀਲਦਾਰ ਦੀ, ਉਸ ਸਕੈਮ ਦੀ ਗੱਲ ਕਰਨ ਲੱਗਿਆ। ਹਾਲੇ 78 ਬੱਚੇ ਸਿਲੈਕਟ ਹੋਏ ਆ ਔਰ ਜੋ ਮੈਨੂੰ ਦੱਸਿਆ ਗਿਆ ਕਿ ਇਹ ਪੇਪਰ ਕੋਈ ਸੌਖਾ ਪੇਪਰ ਨਹੀਂ ਸੀ। ਮਤਲਬ ਯੂਪੀਐਸਸੀ ਦੇ ਤਰਜ਼ ਤੇ ਪੇਪਰ ਹੋਇਆ ਔਰ ਸਿੰਗਲ ਪੇਪਰ ਹੋਇਆ। ਪੰਜਾਬ ਦੇ ਇਤਿਹਾਸ 'ਚ ਇੱਕ ਤੋਂ ਟਫ ਪੇਪਰ ਨਹੀਂ ਕਦੇ ਹੋਇਆ। ਮਤਲਬ ਪਹਿਲੀ ਵਾਰੀ, ਕਿਉਂਕਿ ਪਹਿਲਾਂ ਇਹ ਸਿੰਗਲ ਪੇਪਰ ਸਿਸਟਮ ਨਹੀਂ ਹੁੰਦਾ ਸੀ। ਬੱਚੇ ਉਸ ਨੂੰ ਬਿਹਤਰ ਤਰੀਕੇ ਨਾਲ ਤੁਹਾਨੂੰ ਸਮਝਾਉਣਗੇ, ਮਗਰ ਇਹ ਪਹਿਲੀ ਵਾਰੀ ਹੋਇਆ ਕਿ ਇਹਦੇ 'ਚ ਇੰਟਰਵਿਊ ਵੀ ਜ਼ੀਰੋ, ਓਨਲੀ ਐਗਜ਼ਾਮ, ਕੋਈ ਇੰਟਰਵਿਊ ਦੇ ਨੰਬਰ ਨਹੀਂ। 90 ਪੇਜਸ ਦਾ ਕੁਐਸਚਨ ਪੇਪਰ ਸੀ, ਸਭ ਤੋਂ ਲੰਮਾ ਤੇ ਸਭ ਤੋਂ ਟਫਸਟ ਗਵਰਨਮੈਂਟ ਦਾ। ਔਰ ਇਹਦੇ 'ਚ ਧੱਜੀਆਂ ਹੁਣ ਕਿਵੇਂ ਉਡਾਈਆਂ ਗਈਆਂ। ਮਤਲਬ ਮੈਂ ਇਹ ਗੱਲ ਤਾਂ ਕਹਿ ਰਿਹਾ ਕਿ ਇਹ ਕਵਰ ਅਪ ਆਪਰੇਸ਼ਨ ਵੇਖੋ ਕਿੱਡੇ ਚਾਤਰ ਤਰੀਕੇ ਨਾਲ ਚੱਲਿਆ ਹੈ। ਇਹ ਆਪਣੇ ਪੰਜਾਬ ਦੇ ਇਤਿਹਾਸ 'ਚ ਬਿਗੇਸਟ ਸਕੈਮ, ਜੇ ਜੌਬ ਕੈਸ਼ ਫॉर ਜੌਬ ਸਕੈਮ। तो बिक्रम मजीठिया ने प्रेस कॉन्फ्रेंस करके सनसनीखेज दावा किया। उन्होंने कहना कि नायब तहसीलदारां ਦੀਆਂ ਭਰਤੀਆਂ ਦੇ ਵਿੱਚ ਘੁਟਾਲਾ ਹੋਇਆ। ਸਾਰੇ ਟੌਪਰ ਮੋਨਕ ਤੇ ਪਾਤੜਾਂ ਤੋਂ ਨੇ। ਇਸ ਦੇ ਪਿੱਛੇ ਹਵਾਲਾ ਇਹ ਦੇ ਰਹੇ ਨੇ ਕਿ ਸੀਐਮ ਮਾਨ ਮੋਨਕ ਇਲਾਕੇ ਤੋਂ ਨੇ। ਮੋਨਕ ਉਹਨਾਂ ਦਾ ਇਲਾਕਾ ਤੇ ਸਾਰੇ ਟੌਪਰ ਜਿਹੜੇ ਮੋਨਕ ਤੇ ਪਾਤੜਾਂ ਤੋਂ ਨੇ। ਕਲਰਕ ਦੇ ਪੇਪਰ ਦੇ ਵਿੱਚ ਫੇਲ ਹੋਏ ਪੀਪੀਐਸਸੀ ਦੇ ਵਿੱਚੋਂ ਟੌਪ ਕਰ ਗਏ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਨੌਜਵਾਨਾਂ ਦੇ ਵੱਲੋਂ ਕਲਰਕ ਦਾ ਪੇਪਰ ਦਿੱਤਾ ਗਿਆ ਸੀ, ਜਿਹੜੇ ਉਸ ਦੇ ਵਿੱਚ ਫੇਲ ਹੋ ਗਏ ਸਨ, ਉਹ ਪੀਪੀਐਸਸੀ ਦੇ ਵਿੱਚੋਂ ਟੌਪ ਕਰ ਗਏ। ਇਹ ਟੌਪ ਕਿਵੇਂ ਕਰ ਗਏ, ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਵਾਲ ਖੜਾ ਕੀਤਾ ਗਿਆ। ਨਾਲ ਹੀ ਬਿਕਰਮ ਮਜੀਠੀਆ ਨੇ ਇਹ ਵੀ ਵੱਡਾ ਇਲਜ਼ਾਮ ਲਗਾਇਆ ਕਿ ਪੀਪੀਐਸਸੀ ਦੇ ਪੇਪਰ ਦੇ ਵਿੱਚ ਬਲੂਟੁੱਥ ਚੱਲਿਆ ਹੈ। ਇਹ ਵੀ ਵੱਡਾ ਇਲਜ਼ਾਮ ਬਿਕਰਮ ਮਜੀਠੀਆ ਲਗਾ ਰਹੇ ਨੇ। ਨਾਲ ਹੀ ਜਿਹੜੇ ਨੌਜਵਾਨ ਵੀ ਨਜ਼ਰ ਆ ਰਹੇ ਨੇ, ਨੌਜਵਾਨਾਂ ਦੇ ਨਾਲ ਹੀ ਬਿਕਰਮ ਮਜੀਠੀਆ ਦੇ ਵੱਲੋਂ ਇਹ ਪ੍ਰੈਸ ਕਾਨਫਰੰਸ ਕਰਕੇ ਵੱਡੇ ਇਲਜ਼ਾਮ ਲਗਾ ਦਿੱਤੇ ਗਏ। ਸਨਸਨੀਖੇਜ਼ ਦਾਅਵਾ ਕਰ ਦਿੱਤਾ ਗਿਆ ਕਿ ਜਿਹੜਾ ਨਾਇਬ ਤਹਿਸੀਲਦਾਰਾਂ ਦਾ ਪੇਪਰ ਹੋਇਆ, ਭਰਤੀ ਹੋਈ ਹੈ, ਉਸ ਦੇ ਵਿੱਚ ਘੁਟਾਲਾ ਹੋਇਆ। ਸਾਰੇ ਟੌਪਰ ਮੋਨਕ ਤੇ ਪਾਤੜਾਂ ਤੋਂ ਨੇ ਤੇ ਮੋਨਕ ਸੀਐਮ ਭਗਵੰਤ ਮਾਨ ਦਾ ਇਲਾਕਾ ਹੈ। ਕਲਰਕ ਦੇ ਪੇਪਰ ਦੇ ਵਿੱਚ ਫੇਲ ਹੋਏ ਪੀਪੀਐਸਸੀ ਦੇ ਵਿੱਚੋਂ ਟੌਪ ਕਰ ਗਏ। ਇਹ ਵੀ ਉਹਨਾਂ ਨੇ ਵੱਡਾ ਦਾਅਵਾ ਕੀਤਾ, ਵੱਡਾ ਇਲਜ਼ਾਮ ਲਗਾਇਆ ਕਿ ਜਿਹੜੇ ਨੌਜਵਾਨ ਕਲਰਕ ਦੇ ਪੇਪਰ ਦੇ ਵਿੱਚ ਫੇਲ ਹੋਏ ਸਨ ਉਹ ਪੀਪੀਐਸਸੀ ਦੇ ਵਿੱਚੋਂ ਟੌਪ ਕਰ ਗਏ ਤੇ ਆਖਿਰਕਾਰ ਟੌਪ ਕਰ ਕਿਵੇਂ ਗਏ, ਇਹ ਵੀ ਵੱਡਾ ਇਲਜ਼ਾਮ ਲਗਾਇਆ। ਨਾਲ ਹੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਕਿ ਬਿਕਰਮ ਮਜੀਠੀਆ ਦੇ ਨਾਲ
ਕੁਝ ਜਿਹੜੇ ਨੌਜਵਾਨ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਹੱਥਾਂ ਦੇ ਵਿੱਚ ਤਖਤੀਆਂ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਫੜੀਆਂ ਹੋਈਆਂ ਨੇ ਕਿ ਸਾਨੂੰ ਇਨਸਾਫ ਦਿਓ, ਸਾਨੂੰ ਇਨਸਾਫ ਚਾਹੀਦਾ ਹੈ। ਇਨਸਾਫ ਦੀ ਮੰਗ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਇਸੇ ਦੌਰਾਨ ਹੀ ਬਿਕਰਮ ਮਜੀਠੀਆ ਦੇ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਹ ਸਨਸਨੀਖੇਜ਼ ਦਾਅਵਾ ਕੀਤਾ ਗਿਆ, ਇਹ ਵੱਡਾ ਇਲਜ਼ਾਮ ਲਗਾ ਦਿੱਤਾ ਗਿਆ ਕਿ ਜਿਹੜਾ ਨਾਇਬ ਤਹਿਸੀਲਦਾਰਾਂ ਦੀਆਂ ਭਰਤੀਆਂ ਹੋਈਆਂ ਨੇ ਉਹਨਾਂ ਭਰਤੀਆਂ ਦੇ ਵਿੱਚ ਘੁਟਾਲਾ ਹੋਇਆ। ਸਿੱਧੇ ਤੌਰ ਤੇ ਘੁਟਾਲੇ ਦੇ ਇਲਜ਼ਾਮ ਲਗਾ ਦਿੱਤੇ ਨੇ। ਖੈਰ ਹੁਣ ਦੇਖਣਾ ਹੋਵੇਗਾ ਕਿ ਆਖਰਕਾਰ ਇਹਨਾਂ ਵੱਡੇ ਇਲਜ਼ਾਮਾਂ ਨੂੰ ਲੈ ਕੇ ਸਨਸਨੀਖੇਜ਼ ਦਾਅਵੇ ਤੋਂ ਬਾਅਦ ਆਖਰਕਾਰ ਸਰਕਾਰ ਦਾ ਕੀ ਪੱਖ ਹੁੰਦਾ ਹੈ, ਕਿਉਂਕਿ ਸਰਕਾਰ ਦਾ ਪੱਖ ਜਾਣਨਾ ਵੀ ਜ਼ਰੂਰੀ ਹੈ ਕਿ ਆਖਰਕਾਰ ਇਹਨਾਂ ਇਲਜ਼ਾਮਾਂ ਨੂੰ ਲੈ ਕੇ ਸਰਕਾਰ ਦਾ ਜਾਂ ਸੰਬੰਧਿਤ ਵਿਭਾਗ ਦਾ, ਸੰਬੰਧਿਤ ਮੰਤਰੀ ਦਾ ਕੀ ਕੁਝ ਕਹਿਣਾ ਹੈ। ਪਰ ਬਿਕਰਮ ਮਜੀਠੀਆ ਨੇ ਇਹ ਵੱਡੇ ਇਲਜ਼ਾਮ ਲਗਾ ਦਿੱਤੇ, ਸਨਸਨੀਖੇਜ਼ ਦਾਅਵਾ ਕਰ ਦਿੱਤਾ। ਨਾਲ ਨੌਜਵਾਨ ਨਜ਼ਰ ਆ ਰਹੇ ਨੇ, ਹੱਥਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਤਖਤੀਆਂ ਫੜੀਆਂ ਹੋਈਆਂ ਨੇ ਕਿ ਸਾਨੂੰ ਇਨਸਾਫ ਚਾਹੀਦਾ ਹੈ। ਨੌਜਵਾਨ ਇਨਸਾਫ ਦੀ ਮੰਗ ਕਰ ਰਹੇ ਨੇ ਤੇ ਨੌਜਵਾਨਾਂ ਦੇ ਨਾਲ ਬਿਕਰਮ ਮਜੀਠੀਆ ਨਜ਼ਰ ਆ ਰਹੇ ਨੇ। ਬਿਕਰਮ ਮਜੀਠੀਆ ਦੇ ਵੱਲੋਂ ਹੀ ਪ੍ਰੈਸ ਕਾਨਫਰੰਸ ਕਰਕੇ ਇਹ ਸਨਸਨੀਖੇਜ਼ ਦਾਅਵਾ ਕਰ ਦਿੱਤਾ ਗਿਆ। ਆਖਿਰਕਾਰ ਸਰਕਾਰ ਦਾ ਕੀ ਪੱਖ ਹੈ, ਆਮ ਆਦਮੀ ਪਾਰਟੀ ਦਾ ਕਹਿਣਾ। ਸਾਡੇ ਨਾਲ ਆਪ ਆਗੂ ਸਨੀ ਆਲੂਵਾਲੀਆ ਜੁੜੇ ਹੋਏ ਨੇ। ਸਨੀ ਜੀ, ਤੁਹਾਡਾ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਬਿਕਰਮ ਮਜੀਠੀਆ ਨੇ ਖੁਦ ਨੌਜਵਾਨਾਂ ਨੂੰ ਨਾਲ ਲੈ ਕੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਵੱਡਾ ਦਾਅਵਾ ਕਰ ਦਿੱਤਾ ਹੈ ਕਿ ਨਾਇਬ ਤਹਿਸੀਲਦਾਰਾਂ ਦੀਆਂ ਭਰਤੀਆਂ ਦੇ ਵਿੱਚ ਘੁਟਾਲਾ ਹੋਇਆ ਹੈ। ਸਨੀ ਜੀ, ਦੇਖੋ ਏਦਾਂ ਹੈ, ਸਭ ਤੋਂ ਪਹਿਲੀ ਗੱਲ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇੱਥੇ ਘੁਟਾਲਾ, ਇੱਥੇ ਤੇ ਜਦ ਆਪਣੇ ਹੀ ਮੰਤਰੀ ਨੂੰ ਨਹੀਂ ਛੱਡਿਆ ਜਾਂਦਾ, ਕੋਈ ਘੁਟਾਲਾ ਤੇ ਕੋਈ ਕਰਨ ਦੇ ਬਾਰੇ ਹੁਣ ਸੋਚਣਾ ਬੰਦ ਕਰ ਚੁੱਕੇ ਆ ਲੋਕੀ। ਇਹੋ ਜੀ ਕੋਈ ਗੱਲ ਨਹੀਂ ਹੈ। ਬਾਕੀ ਅਕਾਲੀ ਦਲ ਜਿਹੜੀ ਹੈਗੀ ਹੈ ਇਹਨੂੰ ਲੋਕਾਂ ਨੇ ਰਿਜੈਕਟ ਕਰਤਾ। ਹੁਣ ਵੈਸੇ ਕੋਈ ਨਾ ਕੋਈ ਮੁੱਦੇ ਚੁੱਕ ਲੈਂਦੇ, ਕਦੀ ਕੁਝ ਗੱਲ ਕਹਿ ਦਿੰਦੇ, ਕਦੀ ਚੀਮਾ ਸਾਹਿਬ ਕੁਝ ਕਹਿ ਦਿੰਦੇ, ਕਦੀ ਬਿਕਰਮ ਸਿੰਘ ਮਜੀਠੀਆ ਕੁਝ ਕਹਿ ਦਿੰਦੇ। ਇਸ ਕਰਕੇ ਇਹ ਚੀਜ਼ਾਂ ਨੂੰ ਥੋੜਾ ਜਿਹਾ ਇਹਨਾਂ ਨੂੰ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਸਰਕਾਰ 'ਚ ਘੁਟਾਲੇ ਦੀ ਕੋਈ ਗੱਲ ਹੀ ਨਹੀਂ ਹੋ ਸਕਦੀ ਕਿ ਜਿਹੜੀ ਸਰਕਾਰ ਆਪਣੇ ਮੰਤਰੀਆਂ ਨੂੰ ਨਹੀਂ ਛੱਡਦੀ ਉਹ ਬਾਹਰਲੇ ਬੰਦੇ ਨੂੰ, ਕਿਸੇ ਹੋਰ ਨੂੰ ਤੇ ਕਿੱਥੇ ਛੱਡੂਗੀ। ਇਸ ਕਰਕੇ ਕਰਪਟ ਫਰੀ ਸਰਕਾਰ ਹੈ। ਇਹੋ ਜਿਹਾ ਕੋਈ ਕੰਮ ਨਾ ਕਰਨ ਦੇਣਗੇ, ਨਾ ਜੇ ਹੋਊਗਾ ਤੇ ਉਸ ਤੇ ਇਮੀਡੀਏਟ ਐਕਸ਼ਨ ਹੋ ਕੇ ਉਸ ਬੰਦੇ ਨੂੰ ਨਾਲ ਦੇ ਨਾਲ ਮਜੀਠੀਆ ਨਹੀਂ, ਨਾਲ ਉਹਨਾਂ ਦੇ ਨੌਜਵਾਨ ਵੀ ਨਜ਼ਰ ਆ ਰਹੇ ਨੇ। ਨੌਜਵਾਨਾਂ ਦੇ ਹੱਥਾਂ ਦੇ ਵਿੱਚ ਤਖਤੀਆਂ ਫੜੀਆਂ ਹੋਈਆਂ ਨੇ ਕਿ ਸਾਨੂੰ ਇਨਸਾਫ ਚਾਹੀਦਾ। ਨੌਜਵਾਨਾਂ ਦਾ ਵੀ ਇਹੀ ਕੁਝ ਕਹਿਣਾ ਜੋ ਬਿਕਰਮ ਮਜੀਠੀਆ ਨੇ ਕਿਹਾ ਹੈ। ਨਾਲ ਇਹ ਵੀ ਮਜੀਠੀਆ ਵੱਡਾ ਦਾਅਵਾ ਕਰ ਰਹੇ ਨੇ, ਉਹਨਾਂ ਦਾ ਕਹਿਣਾ ਕਿ ਸਾਰੇ ਟੌਪਰ ਮੁਨਕ ਤੇ ਪਾਤਣਾ ਤੋਂ ਨੇ ਤੇ ਮੁਨਕ ਸੀਐਮ ਮਾਨ ਦਾ ਇਲਾਕਾ ਹੈ। ਨਹੀਂ, ਤਾਂ ਸੀਐਮ ਮਾਨ ਸਾਹਿਬ ਦਾ ਤਾਂ ਪੂਰਾ ਪੰਜਾਬ ਹੈ। ਇਹੋ ਜੀ ਕੋਈ ਗੱਲ ਨਹੀਂ ਹੈਗੀ ਹੈ। ਇਹ ਜਿਹੜੀਆਂ ਸਾਰੀਆਂ ਸਸਪੀਸ਼ਨ ਪੈਦਾ ਕਰਨ ਵਾਲੇ ਬਿਕਰਮਜੀਤ ਸਿੰਘ ਮਜੀਠੀਆ ਨੇ, ਇਹ ਇਹੋ ਜੀ ਗੱਲਾਂ ਫੈਲਾਉਂਦੇ ਰਹਿੰਦੇ ਨੇ ਜਿਹਦਾ ਕੋਈ ਬੇਸ ਨਹੀਂ ਹੁੰਦਾ, ਜਿਹਦਾ ਕੋਈ ਹਿਸਾਬ ਨਹੀਂ ਹੁੰਦਾ। ਸਾਰੀ ਚੀਜ਼ਾਂ ਜਿਹੜੀਆਂ ਹੁੰਦੀਆਂ ਇਹ ਪਹਿਲਾਂ ਸਿਫਾਰਿਸ਼ਾਂ ਨਾਲ ਕੰਮ ਹੁੰਦਾ ਸੀਗਾ ਪਿਛਲੀ ਸਰਕਾਰਾਂ 'ਚ, ਪਰ ਆਮ ਆਦਮੀ ਪਾਰਟੀ ਦੀ ਕੱਟੜ ਇਮਾਨਦਾਰ ਸਰਕਾਰ ਜਿਹੜੀ ਹੈਗੀ ਹੈ, ਇਸ 'ਚ ਕੋਈ ਵੀ ਬੰਦਾ ਹੇਰਾਫੇਰੀ ਕਰਕੇ ਨਾ ਤਾਂ ਸਰਕਾਰੀ ਨੌਕਰੀ ਲੈ ਸਕਦਾ, ਨਾ ਆਪਣੇ ਟੈਂਡਰ ਕਰਾ ਸਕਦਾ, ਨਾ ਹੋਰ ਕੋਈ ਕੰਮ ਕਰਾ ਸਕਦਾ। ਅਸੀਂ ਪੂਰੇ ਸਿਸਟਮ ਦੇ ਹਿਸਾਬ ਨਾਲ, ਟਰਾਂਸਪੇਰੈਂਸੀ ਦੇ ਹਿਸਾਬ ਨਾਲ ਟੈਸਟ ਲਿੱਤੇ ਜਾਂਦੇ ਨੇ ਔਰ ਉਸ ਹਿਸਾਬ ਨਾਲ ਉਸ ਤੇ ਕੰਮ ਕੀਤਾ ਜਾਂਦਾ। ਜੇ ਕੋਈ ਵੀ ਫਿਰ ਵੀ ਤੁਸੀਂ ਕਹਿੰਦੇ ਹੋ, ਤੁਹਾਡਾ ਚੈਨਲ ਅਗਰ ਕਹਿੰਦਾ ਕੋਈ ਅਸੀਂ ਬਿਕਰਮ ਸਿੰਘ ਮਜੀਠੀਆ ਦੀ ਗੱਲ ਨਹੀਂ ਮੰਨਦੇ, ਪਰ ਜੇ ਪੰਜਾਬ ਦੀ ਜਨਤਾ ਸਾਡੇ ਤੋਂ ਸਵਾਲ ਪੁੱਛਦੀ ਹੈ ਪਰ ਸਾਨੂੰ ਇਹੋ ਜਿਹੀ ਗੱਲ ਕਹਿੰਦੀ ਹੈ ਤੇ ਭਗਵੰਤ ਸਿੰਘ ਮਾਨ ਜੀ ਉਹਦੇ ਉੱਤੇ ਇਨਕੁਆਇਰੀ ਵੀ ਕਰਾਉਣਗੇ ਜੇ ਇਹੋ ਜਿਹਾ ਕੋਈ ਕੰਮ ਹੋਇਆ। ਪਰ ਇਹ ਜਿਹੜੀ ਆਪੋਜੀਸ਼ਨ ਹੈ, ਇਹਨਾਂ ਦਾ ਕੰਮ ਹੈਗਾ ਲੋਕਾਂ ਨੂੰ ਗੁੰਮਰਾਹ ਕਰਨ ਦਾ ਔਰ ਲੋਕੀ ਇਹਨਾਂ ਨੂੰ ਰਿਜੈਕਟ ਕਰ ਚੁੱਕੇ, ਪਰ ਫਿਰ ਵੀ ਇਹ ਹਟਦੇ ਨਹੀਂ ਪਏ। ਠੀਕ ਹੈ ਸਨੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਸਨੀ ਆਲੂਵਾਲੀਆ ਆਪ ਆਗੂ, ਉਹਨਾਂ ਦੇ ਵੱਲੋਂ ਸਾਰੇ ਇਹਨਾਂ ਇਲਜ਼ਾਮਾਂ ਨੂੰ, ਇਹਨਾਂ ਦਾਅਵਿਆਂ ਨੂੰ ਹਾਲਾਂਕਿ ਰੱਦ ਕਰ ਦਿੱਤਾ ਗਿਆ ਹੈ, ਪਰ ਬਿਕਰਮ ਮਜੀਠੀਆ ਨੇ ਵੱਡੇ ਇਲਜ਼ਾਮ ਲਗਾਏ ਨੇ, ਵੱਡਾ ਦਾਅਵਾ ਕੀਤਾ ਹੈ ਕਿ ਨਾਇਬ ਤਹਿਸੀਲਦਾਰਾਂ ਦੀਆਂ ਭਰਤੀਆਂ ਦੇ ਵਿੱਚ ਘੁਟਾਲਾ ਹੋਇਆ। ਜਿਹੜਾ ਨਾਇਬ ਤਹਿਸੀਲਦਾਰ ਦੀ ਭਰਤੀ ਹੋਏ ਆ ਦੇਖੋ ਜੀ, ਆ ਪੜੋ ਉੱਤੇ ਸਾਰੇ ਟੌਪਰ ਜਿਹੜੇ ਨੇ ਉਹ ਮੂਨਕ ਤੇ ਪਾਤਣਾ ਤੋਂ ਨੇ। ਤੁਸੀਂ ਹੈਰਾਨ ਹੋਵੋਗੇ ਕਿ 19 ਪੋਸਟਾਂ ਨੇ ਜਨਰਲ ਕੈਟਾਗਰੀ ਦੀਆਂ, ਉਹਦੇ ਚੋਂ 11 ਪੋਸਟਾਂ ਮੂਨਕ ਤੇ ਪਾਤੜਾ ਨੂੰ ਗਈਆਂ, ਮਤਲਬ 2 ਹੀ ਗਈਆਂ ਪਾਤੜਾ ਨੂੰ, ਬਾਕੀ ਸਾਰੀ ਮੂਨਕ ਨੂੰ। ਮੂਨਕ ਕਿਹੜਾ ਏਰੀਆ ਆਪ ਦਾ ਜਿਹੜਾ ਗੜ ਮੰਨਿਆ ਜਾਂਦਾ, ਭਗਵੰਤ ਮਾਨ ਜਿੱਥੋਂ ਐਮਪੀ ਬਣ ਕੇ ਆਏ ਆ, ਜਿੱਥੋਂ ਇਹਨਾਂ ਦੇ ਲਗਭਗ ਸਾਰੇ ਵਜ਼ੀਰ ਬਿਲੋਂਗ ਕਰਦੇ ਨੇ। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਦੀਪਕ ਟੀਨੂ ਦੀ ਗਰਲਫ੍ਰੈਂਡ ਦੀ। ਟੀਨੂ ਦੀ ਗਰਲਫ੍ਰੈਂਡ ਨੂੰ ਲੈ ਕੇ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਟੀਨੂ ਦੀ ਗਰਲਫ੍ਰੈਂਡ ਪੁਲਿਸ ਦੇ ਵਿੱਚ ਨਹੀਂ ਸੀ। ਆਈਜੀ ਸੁਖਚੈਨ ਸਿੰਘ ਗਿੱਲ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਵੱਡੀ ਜਾਣਕਾਰੀ ਦਿੱਤੀ ਗਈ ਹੈ, ਵੱਡਾ ਬਿਆਨ ਦਿੱਤਾ ਗਿਆ ਕਿ ਟੀਨੂ ਦੀ ਗਰਲਫ੍ਰੈਂਡ ਪੁਲਿਸ ਦੇ ਵਿੱਚ ਨਹੀਂ ਸੀ। ਹਾਲਾਂਕਿ ਪਹਿਲਾਂ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਉਹ ਖੁਦ ਪੁਲਿਸ ਦੇ ਵਿੱਚ ਤੈਨਾਤ ਹੈ, ਪੁਲਿਸ ਮੁਲਾਜ਼ਮ ਹੈ, ਪਰ ਇਹਨਾਂ ਸਾਰੀਆਂ ਖਬਰਾਂ ਨੂੰ, ਇਹਨਾਂ ਸਾਰਿਆਂ ਦਾਅਵਿਆਂ ਨੂੰ ਸੁਖਚੈਨ ਸਿੰਘ ਗਿੱਲ ਨੇ ਰੱਦ ਕਰ ਦਿੱਤਾ ਹੈ। ਟੀਨੂ ਦੀ ਗਰਲਫ੍ਰੈਂਡ ਇੱਕ ਮੇਕਅਪ ਆਰਟਿਸਟ ਸੀ। ਆਈਜੀ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਜ਼ੀਰਕਪੁਰ ਦੇ ਵਿੱਚ ਮੇਕਅਪ ਆਰਟਿਸਟ ਦੀ ਗਰਲਫ੍ਰੈਂਡ ਜ਼ੀਰਕਪੁਰ ਦੇ ਇੱਕ ਫਲੈਟ ਦੇ ਵਿੱਚ ਰਹਿੰਦੀ ਸੀ। ਟੀਨੂ ਦੇ ਐਗਜ਼ਿਟ ਪਲਾਨ ਦੇ ਵਿੱਚ ਗਰਲਫ੍ਰੈਂਡ ਸ਼ਾਮਲ ਸੀ। ਆਈਜੀ ਸੁਖਚੈਨ ਸਿੰਘ ਗਿੱਲ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ, ਪਰ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਸਨ ਕਿ ਪੁਲਿਸ ਦੇ ਵਿੱਚ ਹੈ, ਪੁਲਿਸ ਮੁਲਾਜ਼ਮ ਹੈ, ਅਜਿਹੀਆਂ ਸਾਰੀਆਂ ਖਬਰਾਂ ਨੂੰ
ਸਾਰੀਆਂ ਗੱਲਾਂ ਨੂੰ ਰੱਦ ਕਰ ਦਿੱਤਾ ਗਿਆ। ਸੁਖਚੈਨ ਸਿੰਘ ਗਿੱਲ ਦੇ ਵੱਲੋਂ ਦਾ ਕਹਿਣਾ ਹੈ ਕਿ ਟੀਨੂ ਦੀ ਗਰਲਫ੍ਰੈਂਡ ਪੁਲਿਸ ਵਿੱਚ ਨਹੀਂ ਸੀ। ਟੀਨੂ ਦੀ ਗਰਲਫ੍ਰੈਂਡ ਇੱਕ ਮੇਕਅਪ ਆਰਟਿਸਟ ਸੀ ਤੇ ਜ਼ੀਰਕਪੁਰ ਦੇ ਵਿੱਚ ਰਹਿ ਰਹੀ ਸੀ। ਜਿਹੜਾ ਇਹ ਦੀਪਕ ਟੀਨੂ ਵਾਲਾ ਕੇਸ ਆ ਉਹਦੀ ਜਿਹੜੀ ਗਰਲਫ੍ਰੈਂਡ ਸੀਗੀ ਉਹ ਪੰਜਾਬ ਪੁਲਿਸ ਨੇ ਅਰੈਸਟ ਕੀਤੀ ਆ। ਉਹ ਥੋੜਾ ਜਿਹਾ ਮੈਂ ਵਿਦਆਊਟ ਨੇਮਿੰਗ ਥੋੜੀ ਜਿਹੀ ਡਿਟੇਲਸ ਦੱਸ ਦਿੰਦਾ ਮੈਂ। ਉਹ ਲੜਕੀ ਜਿਹੜੀ ਫੜੀ ਆ, ਇੱਕ ਤਾਂ ਕਈਆਂ ਨੂੰ ਕਨਫਿਊਜ਼ਨ ਸੀਗੀ ਕਿ ਕੋਈ ਲੜਕੀ ਕੋਈ ਪੁਲਿਸ ਅਫੀਸ਼ੀਅਲ ਸੀਗੀ। ਸੋ ਬਿਲਕੁਲ ਕਲੀਅਰ ਆ ਉਹ ਪੁਲਿਸ ਅਫੀਸ਼ੀਅਲ ਨਹੀਂ ਆ ਲੜਕੀ। ਉਹਨੇ ਜਿਹੜਾ ਸੀ ਬੈਕਗ੍ਰਾਉਂਡ ਆ, ਉਹਨੇ ਮੇਕਅਪ ਆਰਟਿਸਟ ਦਾ ਕੋਰਸ ਕੀਤਾ ਕਿਸੇ ਜਗ੍ਹਾ ਤੋਂ, ਔਰ ਉਸ ਤੋਂ ਬਾਅਦ ਦੇ ਵਿੱਚ ਉਹ ਜ਼ੀਰਕਪੁਰ ਦੇ ਵਿੱਚ ਕਿਸੇ ਫਲੈਟ ਦੇ ਵਿੱਚ ਰਹਿ ਰਹੀ ਸੀਗੀ ਔਰ ਜ਼ੀਰਕਪੁਰ ਦੇ ਵਿੱਚ। ਔਰ ਉਸ ਤੋਂ ਬਾਅਦ 'ਚ ਜਦੋਂ ਇਹ ਦੀਪਕ ਟੀਨੂ ਨਾਲ ਟੱਚ ਸੀਗੀ, ਜਿਸ ਦਿਨ ਇਹ ਅਬਸਕੌਂਡ ਕੀਤਾ ਹੈ ਉਸ ਦਿਨ ਇਸੇ ਲੜਕੀ ਨੂੰ ਹੀ ਮਿਲਿਆ ਸੀਗਾ। ਇਹ ਲੜਕੀ ਹੀ ਉਹਨੂੰ ਮਿਲੀ ਸੀਗੀ ਔਰ ਇਹਨਾਂ ਨੇ ਇਕੱਠੇ ਉੱਥੋਂ ਅਬਸਕੌਂਡ ਕੀਤਾ ਸੀਗਾ। ਉਸ ਤੋਂ ਬਾਅਦ ਲਗਾਤਾਰ ਸਾਡੀ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਆ ਉਹ ਪੂਰੀ ਤਰ੍ਹਾਂ ਨਜ਼ਰ ਰੱਖੀ ਹੋਈ ਸੀ। ਉਹਨਾਂ ਨੇ ਉਹਨੂੰ ਟਰੈਕ ਕਰਕੇ ਲੜਕੀ ਨੂੰ ਫਿਰ ਮੁੰਬਈ ਤੋਂ, ਜਦੋਂ ਮਾਲਦੀਵਸ ਦੀ ਉਹਨੇ ਫਲਾਈਟ ਲੈਣੀ ਸੀ ਮੁੰਬਈ ਤੋਂ, 에ਅਰਪੋਰਟ ਤੋਂ ਉਹਨੂੰ ਟਰੈਕ ਕਰਕੇ ਫਿਰ ਉਹਨੂੰ ਅਰੈਸਟ ਕੀਤਾ ਲੜਕੀ ਨੂੰ। ਸੋ ਇੱਕ ਗੱਲ ਇਹਦੇ 'ਚ ਬਿਲਕੁਲ ਸਪਸ਼ਟ ਆ ਕਿ ਉਹ ਪੁਲਿਸ ਅਫੀਸ਼ੀਅਲ ਨਹੀਂ ਆ, ਨਾ ਹੀ ਉਹਦਾ ਕੋਈ ਪੁਲਿਸ ਡਿਪਾਰਟਮੈਂਟ ਦੇ ਨਾਲ ਕਿਸੇ ਤਰ੍ਹਾਂ ਦਾ ਲਿੰਕ ਨਹੀਂ। ਉਹਦੇ ਬਾਰੇ 'ਚ ਦੇਖੋ ਅਜੇ ਇਹਦੇ ਬਾਰੇ 'ਚ ਨਹੀਂ ਆ, ਕੋਈ ਇਦਾਂ ਦਾ ਐਵੀਡੈਂਸ ਨਹੀਂ ਮਿਲਿਆ ਅਜੇ ਤੱਕ ਕਿ ਵੀ ਇਹ ਲੜਕੀ ਉਹਦੀ ਗਰਲਫ੍ਰੈਂਡ ਸੀਗੀ। ਜਦੋਂ ਲੜਕੀ ਉਹਨੂੰ ਮਿਲਣ ਵਾਸਤੇ ਗਈ ਆ, ਇਹ ਦੋਨੇ ਜੋ ਆਪਾਂ ਨੂੰ ਪਹਿਲਾਂ ਜਿੰਨੀ ਗੱਲ ਸੀਗੀ ਕਿ ਜਿਹੜਾ ਪ੍ਰਿਤਪਾਲ ਆ ਉਹਦੇ ਫਲੈਟ ਦੇ ਵਿੱਚ ਦੋਨੋਂ ਮਿਲੇ ਆ। ਮਿਲਣ ਤੋਂ ਬਾਅਦ ਦੇ ਵਿੱਚ ਇਹ ਦੋਨੋਂ ਇਕੱਠੇ ਉੱਥੋਂ ਇਹਨਾਂ ਨੇ escape ਕੀਤਾ ਹੈ। ਮਤਲਬ ਲੜਕੀ ਨਾਲ ਗਈ ਆ, ਨਾਲ ਦੀਪਕ ਟੀਨੂ ਨੇ escape ਕੀਤਾ ਹੈ। ਫਿਰ ਇੱਕ ਦੋ ਜਗ੍ਹਾ ਉਹਨੇ ਦੱਸੀਆਂ ਜਿਹੜੀਆਂ ਅਜੇ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ, ਉਹਨੂੰ ਡਿਸਕਲੋਜ਼ ਕਰਾਂਗੇ ਤਾਂ ਉਹ ਸਫਰ ਕਰਦੀ ਆ। ਹਾਂ, ਕਾਰ ਦੇ ਵਿੱਚ ਗਏ ਆ। ਇਹ ਚੀਜ਼ਾਂ ਨਾ ਅਜੇ ਕਿਉਂਕਿ ਉਹਨੂੰ ਫੜ ਕੇ ਲਿਆਂਦਾ, ਇਹ ਚੀਜ਼ਾਂ ਅਜੇ ਵੈਰੀਫਾਈ ਕਰਨ ਵਾਲੀਆਂ ਸਾਰੀਆਂ ਦੇ ਸਾਰੀਆਂ। ਦੇਖੋ ਜਦੋਂ ਆਪਾਂ ਮਾਨਸਾ ਦੀ ਗੱਲ ਕਰਦੇ ਆ, ਪ੍ਰਿਤਪਾਲ ਦੀ ਗੱਲ ਆਪਾਂ ਕਰ ਰਹੇ ਆ, ਉਹ ਤਾਂ ਉਹਦਾ ਕਨਾਈਮੈਂਸ ਸੀ। ਉਹ ਤਾਂ ਅਸੀਂ FIR ਦਰਜ ਕੀਤੀ ਉਹਦੇ ਖਿਲਾਫ, ਉਹਨੂੰ ਅਰੈਸਟ ਕੀਤਾ ਵਾ। ਪ੍ਰਾਈਮਾ ਫਸਾਈ ਤਾਂ ਵੀ ਬਲੀਵ ਕਿ ਵੀ ਉਹਦਾ ਕਨਾਈਮੈਂਸ ਸੀ। ਇਸ਼ੂ ਹੈ ਕਿ ਕੀ ਪ੍ਰਿਤਪਾਲ ਉਹ ਲੇਡੀ ਨਾਲ ਟੱਚ ਸੀਗਾ, ਨਹੀਂ ਟੱਚ ਸੀਗਾ, ਉਹ ਇਨਵੈਸਟੀਗੇਸ਼ਨ ਦਾ ਪਾਰਟ ਆ। ਇਨਵੈਸਟੀਗੇਸ਼ਨ ਚੱਲ ਰਹੀ ਆ। ਬਟ ਦੀਪਕ ਟੀਨੂ ਦਾ ਪ੍ਰਿਤਪਾਲ ਨਾਲ ਤਾਂ ਕਨਾਈਮੈਂਸ ਸੀ, ਤਦੇ ਹੀ ਉਹਨੂੰ ਘਰ ਲੈ ਕੇ ਗਿਆ, ਆਪਣੇ ਘਰ ਲਿਜਾ ਕੇ ਗਰਲਫ੍ਰੈਂਡ ਨਾਲ ਮਿਲਾਇਆ, ਉਸ ਤੋਂ ਬਾਅਦ ਦੌੜਿਆ। ਕਦੋਂ ਤੋਂ ਸੀਗਾ ਉਹ ਸਾਰਾ ਚੀਜ਼ਾਂ ਜਿਹੜੀਆਂ, ਕੋਈ ਕਈ ਚੀਜ਼ਾਂ ਨਾ ਇਨਵੈਸਟੀਗੇਸ਼ਨ ਦਾ ਪਾਰਟ ਹੁੰਦੀਆਂ ਹੈ। ਐਵੀਡੈਂਸ ਗੈਦਰ ਕਰਕੇ ਫਾਈਲ ਤੇ ਲਿਆ ਕੇ ਤੁਹਾਨੂੰ ਕਨਵਿਕਸ਼ਨ ਕਰਾਉਣ ਵਾਲੇ ਪਾਸੇ ਨੂੰ ਤੁਰਨਾ ਹੁੰਦਾ ਹੈ। ਹਰ ਚੀਜ਼ ਆਪਾਂ ਡਿਸਕਲੋਜ਼ ਕਈ ਵਾਰੀ ਕਿਸੇ ਸਟੇਜ ਦੇ ਉੱਤੇ ਨਹੀਂ ਕੀਤੀ ਜਾ ਸਕਦੀ। ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜੇ ਹੋਏ ਨੇ। ਮਨੋਜ, ਦੀਪਕ ਟੀਨੂ ਦੀ ਗਰਲਫ੍ਰੈਂਡ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ, ਪੁਲਿਸ ਰਿਮਾਂਡ ਤੇ। ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਵੱਡੇ ਖੁਲਾਸੇ ਵੀ ਹੋਣਗੇ, ਪਰ ਇਸ ਦੇ ਵਿਚਾਲੇ IG ਸੁਖਚੈਨ ਸਿੰਘ ਗਿੱਲ ਦੇ ਵੱਲੋਂ ਬਹੁਤ ਵੱਡਾ ਖੁਲਾਸਾ ਕੀਤਾ ਗਿਆ। ਹਾਲਾਂਕਿ ਪਹਿਲਾਂ ਅਜਿਹੀਆਂ ਖਬਰਾਂ ਆ ਰਹੀਆਂ ਸਨ, ਪਰ ਸੁਖਚੈਨ ਗਿੱਲ ਦਾ ਕਹਿਣਾ ਹੈ ਕਿ ਉਹ ਪੁਲਿਸ ਦੇ ਵਿੱਚ ਨਹੀਂ ਸੀ, ਨਾ ਹੀ ਉਹਦਾ ਪੁਲਿਸ ਦੇ ਨਾਲ ਕੋਈ ਤਾਲੁਕ ਹੈ, ਨਾ ਹੀ ਕਿਸੇ ਤਰ੍ਹਾਂ ਦਾ ਕੋਈ ਕਨੈਕਸ਼ਨ ਹੈ। ਬਿਲਕੁਲ ਪਰਮਿੰਦਰ, ਜਿਹੜਾ ਹੁਣ ਤੱਕ ਖੁਲਾਸਾ ਹੋ ਰਿਹਾ ਹੈ ਕਿ ਇਹ ਜਿਹੜੀ ਕੁੜੀ ਫੜੀ ਗਈ ਹੈ, ਪਹਿਲਾ ਗੱਲ ਤਾਂ ਬੜਾ ਸਪਸ਼ਟ ਜਿਹੜਾ ਪੁਲਿਸ ਨੇ ਕਰ ਦਿੱਤਾ ਹੈ ਕਿ ਉਹੀ ਕੁੜੀ ਹੈ, ਉਹੀ ਗਰਲਫ੍ਰੈਂਡ ਹੈ ਦੀਪਕ ਟੀਨੂ ਦੀ, ਜਿਹੜੀ ਉਹਨੂੰ ਫਰਾਰ ਕਰਕੇ ਲੈ ਕੇ ਗਈ। ਪਹਿਲੀ ਗੱਲ। ਦੂਜਾ, ਜਿਹੜੀ ਬਲੈਕ ਗੱਡੀ ਤੇ ਆਈ ਸੀਗੀ ਇਹੀ ਕੁੜੀ ਸੀ ਜਤਿੰਦਰ ਕੌਰ, ਤੇ ਇਹ ਉਹਦੇ ਨਾਲ ਗਈ ਹੈ। ਤੇ ਇਹ ਕੁੜੀ ਦਾ ਜਿਹੜਾ ਖੁਲਾਸਾ ਕੀਤਾ ਹੈ ਕਿ ਇਹ ਪੁਲਿਸ ਮੁਲਾਜ਼ਮ ਨਹੀਂ ਹੈ। ਪਹਿਲਾਂ ਜਿਹੜਾ ਕਿਹਾ ਜਾ ਰਿਹਾ ਸੀਗਾ ਕਿ ਪੁਲਿਸ ਮੁਲਾਜ਼ਮ ਹੈ, ਇਹ ਪੁਲਿਸ ਮੁਲਾਜ਼ਮ ਨਹੀਂ ਹੈ। ਹਾਲਾਂਕਿ ਦੂਜੀ ਜਿਹੜੀ ਗਰਲਫ੍ਰੈਂਡ ਬਾਰੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ, ਕਈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹ ਜਿਹੜੀ ਕੁੜੀ ਹੈ ਇਹਨੇ ਬਿਊਟੀ ਪਾਰਲਰ ਦਾ ਕੋਰਸ ਕੀਤਾ ਹੋਇਆ ਜ਼ੀਰਕਪੁਰ ਤੋਂ ਇਹਨੇ ਬਿਊਟੀ ਪਾਰਲਰ ਦਾ ਕੋਰਸ ਕੀਤਾ ਤੇ ਕਾਫੀ ਦਿਨਾਂ ਤੋਂ ਇਹ ਦੀਪਕ ਟੀਨੂ ਦੇ ਸੰਪਰਕ ਸੀਗੀ, ਇਹ ਵੀ ਖੁਲਾਸਾ ਹੈ। ਤੇ ਹੁਣ ਜਿਹੜੀ ਪੁੱਛਗਿੱਛ ਕਰ ਰਹੀ ਹੈ ਕਿ ਆਖਿਰ, ਕਿਉਂਕਿ ਅੱਜ ਪ੍ਰੀਤਪਾਲ ਤੇ ਜਿਹੜੀ ਕੁੜੀ ਫੜੀ ਗਈ ਹੈ, ਇਹਨਾਂ ਨੂੰ ਆਮਣੇ ਸਾਹਮਣੇ ਜਿਹੜਾ ਹੈ ਉਹ ਕ੍ਰਾਸ ਐਗਜ਼ਾਮੀਨੇਸ਼ਨ ਜਿਹੜੀ ਹੈ ਉਹ ਪੁੱਛਗਿੱਛ ਜਿਹੜੀ ਹੈ ਉਹ ਕਰਨੀ ਹੈ। ਕਿਉਂਕਿ ਪਹਿਲਾਂ ਪ੍ਰੀਤਪਾਲ ਤੋਂ ਲਗਾਤਾਰ ਰਿਮਾਂਡ ਤੇ ਚੱਲ ਰਿਹਾ ਪ੍ਰੀਤਪਾਲ, ਲਗਾਤਾਰ ਪੁੱਛਗਿੱਛ ਹੋ ਰਹੀ ਹੈ, ਲਗਾਤਾਰ ਵੱਡੇ ਖੁਲਾਸੇ ਹੋਏ ਹੈ। ਹੁਣ ਕੁੜੀ ਨਾਲ ਪੁੱਛਗਿੱਛ ਹੋ ਰਹੀ ਹੈ ਕਿ ਕੁੜੀ ਨੇ ਕਿਹੜੇ ਬੰਦੇ ਹੋਰ ਵੀ ਉਸ ਟਾਈਮ 8 ਦਿਨ ਹੋ ਚੁੱਕੇ ਨੇ, ਦੀਪਕ ਟੀਨੂ ਹਜੇ ਫਰਾਰ ਦੱਸਿਆ ਜਾ ਰਿਹਾ ਹੈ, ਲੇਕਿਨ ਉਸ ਦਿਨ ਜਦ ਇਹ ਸਾਰੀ ਵਾਰਦਾਤ ਹੋਈ ਹੈ, ਜਦ ਇਹ ਸਾਰਾ ਫਰਾਰ ਹੋ ਕੇ ਗਿਆ ਪ੍ਰੀਤਪਾਲ ਦੀ ਕੋਠੀ ਤੋਂ ਫਰਾਰ ਹੋਇਆ, ਉਸ ਦਿਨ ਇਸ ਕੁੜੀ ਦੇ ਨਾਲ ਹੋਰ ਵੀ ਕਿਹੜੇ 4 ਤੋਂ 5 ਮੁੰਡੇ ਸੀਗੇ। ਉਹ ਕੌਣ ਹੈ? ਉਹ ਦੂਜੀ ਗੱਡੀ 'ਚ ਆਏ ਸੀਗੇ। ਇੱਕ ਬਲੈਕ ਕਲਰ ਦੀ ਗੱਡੀ ਸੀ ਤੇ ਇੱਕ ਵਾਈਟ ਕਲਰ ਦੀ ਫੋਰਚੂਨਰ ਗੱਡੀ ਸੀਗੀ, 2 ਗੱਡੀਆਂ। ਇੱਕ ਹੋਰ ਗੱਲ ਉਹਨਾਂ ਨੇ ਸਪਸ਼ਟ ਕੀਤੀ ਹੈ, ਨਿਊਜ਼ 18 ਦੀ ਖਬਰ ਤੇ ਮੌਰ ਹੈ ਕਿ ਦੋ ਥਾਂ ਦਾ ਜ਼ਿਕਰ ਹੋ ਰਿਹਾ ਹੈ ਕਿ ਜਿੱਥੇ ਉਹ ਜਾ ਕੇ ਰੁਕਿਆ। ਅਸੀਂ ਕੱਲ ਵੀ ਜ਼ਿਕਰ ਕੀਤਾ ਸੀਗਾ, ਇੱਕ ਲਹਿਰਾ ਗੱਗਾ
ਮਾਨਸਾ ਤੋਂ ਸਿੱਧਾ ਉਹ ਫਰਾਰ ਹੋਇਆ ਲਹਿਰਾ ਗੱਗਾ ਹੁੰਦੇ ਹੋਏ ਉਹ ਸਿੱਧਾ ਪੰਜਾਬ ਤੋਂ ਭਾਰ ਭੱਜਿਆ। ਇੱਕ ਹੋਰ ਥਾਂ ਦਾ ਨਾਂ ਸਾਹਮਣੇ ਆ ਰਿਹਾ ਹੈ। ਹਾਲਾਂਕਿ ਅੱਜ ਆਈਜੀ ਸੁਖਚੈਨ ਸਿੰਘ ਗਿੱਲ ਨੇ ਵੀ ਇਹਦੀ ਪੁਸ਼ਟੀ ਕੀਤੀ ਹੈ ਕਿ ਉਹ 2 ਥਾਂ 'ਚ ਗਿਆ ਹੈ। ਕਿੱਥੇ ਗਿਆ ਹੈ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ, ਉਹ ਹਜੇ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਲਗਾਤਾਰ ਪੁਲਿਸ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਕਿਹੜੇ ਲੋਕ ਸੀਗੇ ਜਿਨ੍ਹਾਂ ਨੇ ਉਹਨੂੰ ਪਨਾਹ ਦਿੱਤੀ, ਕਿਉਂਕਿ ਅੱਧਾ ਪੌਣਾ ਘੰਟਾ ਉਹ ਉੱਥੇ ਪਨਾਹ ਵੀ ਲਿੱਤੀ ਹੈ। ਬੜੀ ਹੀ ਹੈਰਾਨ ਕਰ ਦੇਣੇ ਵਾਲੀ ਗੱਲ ਇਹਦੇ ਵਿੱਚ ਹੈ ਕਿ ਆਖਿਰ ਪੁਲਿਸ ਨੂੰ ਉਹ ਨਹੀਂ ਲੱਭਿਆ। ਕਿਉਂਕਿ ਕਾਰਨ ਕੀ ਹੈ? ਕਿਉਂਕਿ 1:40 ਦੀ ਜਿਹੜੀ ਸੀਸੀਟੀਵੀ ਫੁਟੇਜ ਦੀ ਟਾਈਮ ਬੋਲਦਾ ਹੈ, ਉਸ ਵੇਲੇ ਇਹ ਫਰਾਰ ਹੁੰਦਾ ਹੈ। ਰਾਤ ਦੇ 1:45 ਦੀ ਜਿਹੜੀ ਸੀਸੀਟੀਵੀ ਬੋਲਦੀ ਹੈ ਉਸ ਵੇਲੇ ਉੱਥੋਂ ਨਿਕਲਦੇ ਆ ਤੇ ਸਭ ਤੋਂ ਵੱਡੀ ਗੱਲ ਕਿ ਉਹ ਹਾਈਵੇ ਨਹੀਂ ਫੜਦੇ, ਉਹ ਇੰਟਰਨਲ ਰੋਡ ਜਿਹੜੇ ਹੈ ਉਹਦੇ ਥਰੂ ਉਹ ਨਿਕਲਦੇ ਆ। ਯਾਨੀ ਕਿ ਜਿਹੜਾ ਦੀਪਕ ਟੀਨੂ ਹੈ ਆਪਣੀ ਗਰਲਫ੍ਰੈਂਡ ਤੇ ਆਪਣੇ ਜਿਹੜੇ ਸਾਥੀ ਹੈ ਜਿਹੜੇ ਕੋਈ ਲੈ ਕੇ ਗਏ ਆ ਉਹਨਾਂ ਨੂੰ ਇੰਟਰਨਲ ਰੋਡ ਤੇ ਗਿਆ ਲੈ ਕੇ, ਯਾਨੀ ਕਿ ਪੂਰੀ ਰੈਕੀ ਕੀਤੀ ਸੀ ਪਹਿਲਾਂ, ਪੂਰੀ ਪਲੈਨਿੰਗ ਹੋਈ ਸੀ ਪਹਿਲਾਂ, ਪੂਰੀ ਸਾਰੀ ਚੀਜ਼ਾਂ ਪਹਿਲਾਂ ਹੀ ਪਲਾਨ ਸੀ। ਯਾਨੀ ਕਿ ਭੱਜਣ ਤੋਂ ਪਹਿਲਾਂ ਸਾਰੀ ਚੀਜ਼ਾਂ ਪਲਾਨ ਸੀ ਕਿ ਯਾਨੀ ਕਿ ਅਸੀਂ ਇੱਥੇ ਜਾਣਾ ਹੈ, ਅਸੀਂ ਇਸ ਤਰ੍ਹਾਂ ਕਰਨਾ ਹੈ। ਕੁੜੀ ਨੂੰ ਸਾਰੀ ਚੀਜ਼ਾਂ ਦੱਸੀ ਗਈ ਸੀ ਕਿ ਤੁਸੀਂ ਉੱਥੇ ਆਣਾ ਹੈ, ਪ੍ਰੀਤਪਾਲ ਦੀ ਕੋਠੀ ਆਣਾ ਹੈ। ਤੇ ਇੱਕ ਗੱਲ ਦਾ ਹੋਰ ਖੁਲਾਸਾ ਕੀਤਾ ਹੈ ਕਿ ਜਿਹੜੀ ਗਰਲਫ੍ਰੈਂਡ ਹੈ ਠੀਕ ਹੈ ਮਨੋਜ, ਫਿਲਹਾਲ ਪੂਰੀ ਜਾਣਕਾਰੀ ਬਹੁਤ ਧੰਨਵਾਦ। ਦਰਅਸਲ ਪੁਲਿਸ ਦੀ